ਅੱਜ ਦੀ ਜਿਹੜੀ ਇਹ ਵੀਡੀਓ ਆ ਇਹ ਉਸੇ ਚੀਜ਼ ਦੀ ਸਿੱਖ ਐਟੀਟਿਊਡ ਦੀ ਕੰਟੀਨਿਊਸ਼ਨ ਹੀ ਆ ਜਿਹਦੇ ਵਿੱਚ ਆਪਾਂ ਗੱਲ ਕੀਤੀ ਸੀ ਬਈ ਪਰਮਾਤਮਾ ਦੀ ਇੰਪੋਰਟੈਂਸ ਨਾ ਤੇ ਜਿਵੇਂ ਕਹਾਂ ਵੀ ਹਰ ਜਨ ਐਸਾ ਚਾਹੀਏ ਜੈਸੇ ਹਰ ਹੀ ਹੋਏ। ਹੁਣ ਸਾਡਾ ਹਮੇਸ਼ਾ ਕੁਐਸਚਨ ਹੋਣਾ ਚਾਹੀਦਾ ਵੀ ਜਦੋਂ ਆਪਾਂ ਗੁਰਬਾਣੀ ਨੂੰ ਪੜ੍ਹਦੇ ਹਾਂ ਜਾਂ ਦੇਖਦੇ ਹਾਂ ਵੀ ਇਹ ਸ਼ਬਦ ਨੂੰ ਅਸੀਂ ਆਪਣੀ ਜ਼ਿੰਦਗੀ 'ਚ ਲਾਗੂ ਕਰਕੇ ਆਪਣੇ ਜੀਵਨ ਦੀਆਂ ਸਮੱਸਿਆਵਾਂ ਨੂੰ ਕਿਵੇਂ ਖਤਮ ਕਰ ਸਕਦੇ ਹਾਂ ਨਾ, ਆਪਣੇ ਜੀਵਨ ਨੂੰ ਕਿਵੇਂ ਇੰਪਰੂਵ ਕਰ ਸਕਦੇ ਹਾਂ, ਆਪਣੇ ਰਿਲੇਸ਼ਨਸ਼ਿਪ ਦੀ ਕੁਆਲਿਟੀ ਆਫ ਰਿਲੇਸ਼ਨਸ਼ਿਪ ਕਿਵੇਂ ਡਿਵੈਲਪ ਕਰ ਸਕਦੇ ਹਾਂ। ਇਹ ਸ਼ਬਦ ਦਾ ਸਾਡੀ ਜ਼ਿੰਦਗੀ 'ਚ ਕੀ ਆਧਾਰ ਆ। ਜੇ ਤੁਸੀਂ ਇੱਦਾਂ ਸੋਚਣਾ ਸ਼ੁਰੂ ਕਰੋਗੇ ਤਾਂ ਤੁਹਾਨੂੰ ਗੁਰੂਆਂ ਦੀ ਬਾਣੀ ਬਾਰੇ ਤੁਹਾਨੂੰ ਵੱਧ ਨੌਲੇਜ ਪਤਾ ਲੱਗੂ ਵੀ ਹਾਂ ਉਹਦਾ ਸਾਡੀ ਜ਼ਿੰਦਗੀ 'ਚ ਇੰਪੋਰਟੈਂਸ ਕੀ ਆ। ਹੁਣ ਜਿਹੜਾ ਸ਼ਬਦ ਆ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਮੈਂ ਦੱਸਿਆ ਸੀਗਾ ਪਰਮਾਤਮਾ ਨਿਰਵੈਰ ਨਿਰਭੈ ਨਿਰਲੇਪ ਨਿਰਪੱਖ ਆ ਹਨ ਨਿਰਭਉ ਆ ਤੇ ਉਹ ਸਮਾਨਤਾ ਦੇ ਆਧਾਰ ਦੇ ਉੱਤੇ ਹੈ ਨਾ ਚੜ੍ਹਦੀ ਕਲਾ 'ਚ ਰਹਿਣਾ ਹੈ ਨਾ, ਆਪਣੇ ਇੰਡੀਪੈਂਡੈਂਟ ਅਪਰੋਚ ਪਰਮਾਤਮਾ ਦੇ ਗੁਣਾਂ ਨੂੰ ਦਰਸਾਇਆ ਸੀ। ਉਹ ਤੁਸੀਂ ਉਹਨਾਂ ਗੁਣਾਂ ਦਾ ਧਾਰ ਨਹੀਂ ਬਣਨਾ। ਹੁਣ ਆਪਾਂ ਨੂੰ ਇਹ ਹੈ ਵੀ ਉਹ ਅਸੀਂ ਇਹ ਸ਼ਬਦ ਨੂੰ ਆਪਣੇ ਜੀਵਨ ਦਾ ਆਧਾਰ ਕਿਉਂ ਬਣਾਈਏ ਜਾਂ ਅਸੀਂ ਆਪਣੇ ਐਟੀਟਿਊਡ ਨੂੰ ਪਰਮਾਤਮਾ ਦੇ ਐਟੀਟਿਊਡ ਦਾ ਬਣਾ ਕਿਉਂ ਬਣਾਈਏ ਤੇ ਉਹ ਕਿੰਨਾ ਲਈ ਵੱਧ ਹੈਲਪਫੁਲ ਹੋ ਸਕਦਾ ਵਾ। ਜਿਵੇਂ ਕਿਸੇ ਦਾ ਪਿਓ ਨਾ ਹੋਵੇ ਹਨਾ, ਜੇ ਮੰਨ ਲਓ ਕਿਸੇ ਦਾ ਡੈਡੀ ਨਹੀਂ ਹੈਗਾ ਤਾਂ ਉਹਨੂੰ ਪਤਾ ਨਹੀਂ ਹੁੰਦਾ ਵੀ ਉਹਨੂੰ ਕਿਹਨੂੰ ਫੋਲੋ ਅਪ ਕਰਨਾ, ਤਾਂ ਤੁਸੀਂ ਆਪਣਾ ਜੇ ਸੁਭਾਅ ਜਿਹੜਾ ਹੈਗਾ ਵਾ ਹਨਾ ਤੁਸੀਂ ਪਰਮਾਤਮਾ ਨੂੰ ਫੋਲੋ ਕਰੋ। ਜੇ ਤੁਹਾਡਾ ਪਿਓ ਨਹੀਂ ਹੈਗਾ ਤੁਸੀਂ ਪਰਮਾਤਮਾ ਵੱਲ ਦੇਖੋ ਵੀ ਹਾਂ ਯਾਰ ਗੁਰਬਾਣੀ 'ਚ ਪਰਮਾਤਮਾ ਨੇ ਲਿਖਿਆ ਵੀ ਨਿਰਵੈਰ ਆ ਤਾਂ ਮੈਂ ਵੀ ਆਪਣਾ ਸੁਭਾਅ ਨਿਰਵੈਰ ਬਣਾ। ਪਰ ਗੁਰਬਾਣੀ 'ਚ ਪਰਮਾਤਮਾ ਦਾ ਸੁਭਾਅ ਲਿਖਿਆ ਹੋਇਆ ਵੀ ਉਹ ਨਿਰਪੱਖ ਆ ਤਾਂ ਮੈਂ ਵੀ ਆਪਣਾ ਸੁਭਾਅ ਨਿਰਪੱਖ ਬਣਾਉਣਾ, ਚਾਹੇ ਮੇਰੀ ਮਾਂ ਜਿਹੇ ਜੀ ਮਰਜ਼ੀ ਆ ਸਾਡਾ ਆਲਾ ਦੁਆਲਾ, ਕਿਉਂਕਿ ਘਰ ਦੇ ਵਿੱਚ এনवायरमेंट ਖਰਾਬ ਹੋ ਸਕਦਾ ਹਨਾ, ਤਾਂ ਉਹਨਾਂ ਨੂੰ ਨਹੀਂ ਦੇਖਣਾ ਆਲੇ ਦੁਆਲੇ ਆਪਣੇ ਮਾਂ ਪਿਓ ਜਾਂ ਆਪਣੇ ਮਾਮੇ ਚਾਚੇ ਤਾਏ ਨੂੰ ਨਹੀਂ ਦੇਖਣਾ, ਪਰਮਾਤਮਾ ਨੂੰ ਦੇਖਣਾ। ਇਹ ਨਹੀਂ ਦੇਖਣਾ ਮੇਰਾ ਚਾਚਾ ਏਦਾਂ ਕਰਦਾ ਤਾਂ ਮੈਂ ਏਦਾਂ ਕਰਨਾ ਨਾ, ਪਰਮਾਤਮਾ ਏਦਾਂ ਕਰਦਾ ਤਾਂ ਏਦਾਂ ਕਰਨਾ। ਫਿਰ ਉਹ ਤੋਂ ਗੁੱਡ ਐਗਜ਼ਾਮਪਲ ਗੁਰੂ ਗੋਬਿੰਦ ਸਿੰਘ ਜੀ ਦੀ ਵੀ ਹੈਗੀ ਹੈ। ਗੁਰੂ ਸਿੰਘ ਜੀ ਨੇ ਆਪਣੇ ਜੀਵਨ ਦੀਆਂ ਸਮੱਸਿਆਵਾਂ ਕਿਵੇਂ ਸੋਲਵ ਕੀਤੀਆਂ ਹਨਾ, ਉਹਨਾਂ ਨੇ ਵੀ ਉਹੀ ਸ਼ਬਦ ਨੂੰ ਆਧਾਰ ਬਣਾਇਆ ਸੀ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਨਿਰਪੱਖ ਫੈਸਲੇ ਲਿੱਤੇ ਆ, ਨਿਰਲੇਪ ਰਹਿ ਕੇ ਫੈਸਲੇ ਕੀਤੇ ਆ ਹਨਾ, ਤਾਂ ਸਮਝਣ ਦੀ ਕੋਸ਼ਿਸ਼ ਕਰਨੀ, ਹਰ ਟਾਈਮ ਜੂਝਦੇ ਰਹੇ ਆ ਹਨਾ। ਜਾਤ ਗੋਤ ਸਿੰਘਨ ਕੀ ਦੰਗਾ ਹਨਾ, ਦੰਗਾ ਹੀ ਸਤਿਗੁਰ ਤੇ ਮੰਗਾ ਹਨਾ, ਦੰਗਾ ਇਨ ਸਤਿਗੁਰ ਤੇ ਮੰਗਾ, ਐਦਾਂ ਕੁਛ ਹੈਗਾ ਵਾ ਐਗਜ਼ੈਕਟਲੀ ਵਰਡ ਹੈ ਨਾ ਵੀ ਤੁਸੀਂ ਹਮੇਸ਼ਾ ਆਪਣੇ ਆਪ ਨੂੰ ਮਤਲਬ ਉਹਦੇ ਵਾਸਤੇ ਫਾਈਟ ਲਈ ਤਿਆਰ ਰੱਖਣਾ ਹਨਾ, ਕਿਸੇ ਵੀ ਤਰ੍ਹਾਂ ਦੀ ਸਮਾਜਿਕ ਵਿਰੋਧਤਾ ਹਨਾ ਬਾਗੀ ਸੁਭਾਅ ਜਾਗਰ ਰੱਖਣਾ। ਤਾਂ ਜਿਵੇਂ ਤੁਸੀਂ ਉਸ ਸ਼ਬਦ ਨੂੰ ਦੇਖੋਗੇ ਹਨਾ, ਗੁਰਬਾਣੀ ਨੂੰ ਸਮਝੋਗੇ ਤੇ ਉਹਦੇ ਵਿੱਚ ਦੇਖੋਗੇ ਪਰਮਾਤਮਾ ਦੀ ਵਿਆਖਿਆ ਕਿਵੇਂ ਕੀਤੀ ਗਈ ਆ ਤੇ ਉਹਦੇ ਬਾਅਦ ਪਰਮਾਤਮਾ ਵਰਗਾ ਆਪਣਾ ਸੁਭਾਅ ਬਣਾਉਣਾ ਹਨਾ। ਇਹਦਾ ਮਤਲਬ ਜਿਹਦਾ ਪਿਓ ਨਾ ਹੋਵੇ ਉਹਦੇ ਲਈ ਲਾਹੇਵੰਦ ਆ, ਜਿਹਦਾ ਪਿਓ ਸ਼ਰਾਬੀ ਹੋਵੇ ਜਾਂ ਅਵਾਰਾ ਹੋਵੇ ਹਨਾ, ਉਹ ਆਪਣੇ ਪਿਓ ਨੂੰ ਫੋਲੋ ਕਰੂਗਾ ਤਾਂ ਹਜੀਮ ਪ੍ਰੋਬਲਮਾਂ 'ਚ ਫਸੂਗਾ। ਇਸ ਕਰਕੇ ਪਰਮਾਤਮਾ ਉਹਦੇ ਲਈ ਹਰ ਜਨ ਐਸਾ ਚਾਹੀਏ ਜੈਸੇ ਹਰ ਹੀ ਸ਼ਬਦ ਉਹ ਬੰਦੇ ਲਈ ਲਾਭਕਾਰੀ ਹੈ। ਜਿਸ ਦੀ ਮਾਂ ਸ਼ੇਰ ਧੰਦਾ ਕਰਦੀ ਹੋਵੇ ਹਨਾ, ਜੇ ਕਿ ਮਾਂ ਹੁੰਦੀ ਆ ਨਾ, ਦੇ ਆਰ ਨਾਟ देयर ਫॉर ਬਾਈ ਚੋਇਸ, ਕੋਈ ਬੱਚਾ ਚੋਇਸ ਨਾਲ ਨਹੀਂ ਜਾਂਦਾ, ਉਹਨੂੰ ਤਾਂ ਉਹਦਾ ਜੰਮ ਉਹਦਾ ਕੁਦਰਤ ਨੇ ਹਨਾ ਜਿਸ ਤਰੀਕੇ ਨਾਲ ਕਿਤੇ ਵੀ ਹੋਣਾ ਹੋ ਹੀ ਜਾਣਾ ਹਨਾ। ਤਾਂ ਉਹ ਜਿਹੜਾ ਕੁਦਰਤੀ ਵਤੀਰਾ ਵਾ ਉਹਦੇ ਹੱਥ 'ਚ ਨਹੀਂ ਹੁੰਦਾ ਹਨਾ, ਉਹਦੇ ਹੱਥ ਵਸ ਨਹੀਂ, ਉਹ ਕਿਸੇ ਸੀਰਤ ਧੰਦਾ ਕਰਨ ਵਾਲੀ ਦੇ ਘਰ ਜੰਮ ਪੈਂਦਾ ਤਾਂ ਉਹਨੇ ਆਪਣੀ ਮਾਂ ਨੂੰ, ਕੁੜੀ ਨੇ ਵੀ, ਕੁੜੀ ਹੋਵੇ ਚਾਹੇ ਮੁੰਡਾ ਹੋਵੇ, ਇੱਥੇ ਮੈਂ ਕਹਿਣਾ ਚਾਹੁੰਦਾ ਕੁੜੀ ਹੋਵੇ ਚਾਹੇ ਮੁੰਡਾ ਹੋਵੇ, ਉਹਨੇ ਆਪਣਾ ਸੁਭਾਅ ਪਰਮਾਤਮਾ ਵਰਗਾ ਬਣਾਉਣਾ ਹਨਾ, ਪਰਮਾਤਮਾ ਵਰਗਾ ਬਣਾਉਣਾ। ਪਰਮਾਤਮਾ ਨਿਰਵੈਰ ਆ, ਨਿਰਪੱਖ ਆ, ਨਿਰਲੇਪ ਆ ਹਨਾ, ਉਸ ਚੀਜ਼ ਨੂੰ ਗੁਰਬਾਣੀ ਦੇ ਵੱਲ ਹਨਾ ਇਸ ਤਰੀਕੇ ਨਾਲ ਸੋਚਣਾ ਵੀ ਅਸੀਂ ਆਪਣੇ ਸੁਭਾਅ ਨੂੰ ਕਿੱਦਾਂ ਬਣਾਉਣਾ ਵਾ। ਜਿਹਦੇ ਘਰ ਵਿੱਚ ਨੈਗੇਟਿਵਿਟੀ ਹੋਵੇ, ਮਤਲਬ ਜਿਹਦੇ ਹਰ ਟਾਈਮ ਚੱਲਦਾ ਵੀ ਹਾਏ ਮਰ ਗਏ, ਹਾਏ ਐ ਨਹੀਂ, ਹਾਏ ਕੁਛ ਵੀ ਨਹੀਂ, ਤਾਂ ਉਹਦੇ ਲਈ ਵੀ ਜਿਹੜਾ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ ਹਨਾ, ਉਹ ਬਹੁਤ ਸ਼ਬਦ ਸਹਾਈ ਆ। ਤੇ ਤੁਸੀਂ ਹਰ ਟਾਈਮ ਉਹ ਸ਼ਬਦ ਬਾਰੇ ਸੋਚੋਗੇ ਵੀ ਹਾਂ ਯਾਰ ਮੈਂ ਹਾਈਪੋਈ ਨਹੀਂ ਕਰਨੀ, ਜਿਵੇਂ ਪਰਮਾਤਮਾ ਉੱਦਮੀ ਆ ਮੈਂ ਉੱਦਮੀ ਬਣਨਾ, ਪਰਮਾਤਮਾ ਆਪੇ ਸਾਰਾ ਕੁਝ ਕਰਦਾ, ਇੰਡੀਪੈਂਡੈਂਟ ਅਪਰੋਚ ਆ, ਮੈਂ ਵੀ ਆਪਣੇ ਨੂੰ ਇੰਡੀਪੈਂਡੈਂਟ ਬਣਾਉਣਾ। ਜੇ ਤੁਸੀਂ ਐਂ ਕਰੋਗੇ ਹਨਾ ਤਾਂ ਉਹ ਸ਼ਬਦ ਤੁਹਾਡੇ ਲਈ ਇਸ ਸਿਚੁਏਸ਼ਨ 'ਚ ਕੱਢਣ ਲਈ ਸਹਾਈ ਆ। ਉਵੇਂ ਜਿਸ ਦੇ ਘਰ ਵਿੱਚ ਗੁਲਾਮੀ ਦਾ ਵਾਤਾਵਰਨ ਹੋਵੇ, ਮੰਨ ਲਓ ਗੁਲਾਮੀ ਦੇ ਵਾਤਾਵਰਨ ਨੂੰ ਸਮਝੋ ਜਿਵੇਂ ਯਾਰ ਪਹਿਲੇ ਹੁੰਦਾ ਸੀਗਾ ਵੀ ਹਾਲੇ ਬਹੁਤ ਅੱਜ ਕੱਲ੍ਹ ਵੀ ਹੈਗੇ ਆ, ਕੋਈ ਆਪਣੇ ਬੌਸ ਦੀ ਚਾਪਲੂਸੀ ਕਰੀ ਜਾਂਦਾ, ਕੋਈ ਮਾਂ ਪਿਓ ਕਿਸੇ ਦੀ ਚਾਪਲੂਸੀ ਕਰੀ ਜਾਂਦੇ ਹਨ। ਚਾਪਲੂਸੀ ਵਾਲਾ ਸੁਭਾਅ ਪਰਮਾਤਮਾ ਦਾ ਹੈ ਨਹੀਂ, ਨਾ ਕਿਸੇ ਦੀ ਚਾਪਲੂਸੀ ਕਰਦਾ ਨਾ ਚਾਪਲੂਸੀ ਕਰਾਉਂਦਾ ਹਨਾ, ਸਮਾਨਤਾ ਦੇ ਆਧਾਰ ਦੇ ਉੱਤੇ ਰੱਖਣਾ। ਤਾਂ ਉਸ এনवायरमेंट 'ਚ ਲਿਖਣਾ ਵੀ ਤੁਸੀਂ ਆਪਣੇ ਐਟੀਟਿਊਡ ਨੂੰ ਆਪਣੇ ਮਾਂ ਪਿਓ ਵਰਗਾ ਨਹੀਂ ਬਣਾਉਣਾ, ਪਰਮਾਤਮਾ ਵਰਗਾ ਬਣਾਉਣਾ। ਤੇ ਪਰਮਾਤਮਾ ਦਾ ਐਟੀਟਿਊਡ 'ਚ ਚਾਪਲੂਸੀ ਵਾਲਾ ਕੀ ਹੈਗਾ, ਨਿਰਲੇਪ ਰਹਿਣਾ ਨਾ, ਮੈਂ ਵਿਆਖਿਆ ਕੀਤੀ ਹੋਈ ਉਹ ਦੇਖ ਲਿਓ। ਨਿਰਲੇਪ ਕਿਵੇਂ ਰਹਿਣਾ, ਨਿਰਪੱਖ ਕਿਵੇਂ ਰਹਿਣਾ, ਨਿਰਵੈਰ ਕਿਵੇਂ ਰਹਿਣਾ, ਨਿਰਲੇਪ ਰਹਿਣਾ, ਨਾ ਚਾਪਲੂਸੀ ਕਰਨੀ ਹੈ ਨਾ ਕਰਾਉਣੀ ਹੈ ਹਨਾ। ਤਾਂ ਗੁਲਾਮੀ ਦੇ এনवायरमेंट ਤੋਂ ਤੁਹਾਨੂੰ ਇਦਾਂ ਉਹ ਸ਼ਬਦ ਬਾਹਰ ਕੱਢਣੇ ਸਹਾਈ ਹੁੰਦਾ, ਹਰ ਜਨ ਐਸਾ ਚਾਹੀਏ ਜੈਸੇ ਹਰ ਹੀ ਹੋਏ, ਜੋ ਉਹਨੂੰ ਫੋਲੋ ਕਰੋਗੇ। ਜਿਸ ਦੇ ਘਰ ਵਿੱਚ ਮਜਬੂਰ ਮਜ਼ਦੂਰ ਨਹੀਂ ਤਾਂ ਮਜਬੂਰ ਹੋਣਾ, ਮਤਲਬ ਕਈ ਵਾਰੀ ਹੁੰਦਾ ਨਾ ਹਾਲਾਤ ਇਹੋ ਜਿਹੇ ਬਣਾ ਦਿੱਤੇ ਹੁੰਦੇ ਆ, ਕਿਸੇ ਨੂੰ ਗੁਲਾਮੀ ਵੱਲ ਧੱਕ ਦਿੱਤਾ ਜਾਂਦਾ। ਇੱਕ ਤਾਂ ਹੁੰਦਾ ਬਾਈ ਚੋਇਸ ਤੁਸੀਂ ਚਾਪਲੂਸ ਹੁੰਦੇ ਹੋ, ਤੁਸੀਂ ਚਾਪਲੂਸੀ ਕਰਨਾ ਨਹੀਂ ਚਾਹੁੰਦੇ ਪਰ ਤੁਹਾਨੂੰ ਬਾਹਰ ਵਾਲਾ ਬੰਦਾ ਤੁਹਾਨੂੰ ਧੱਕ ਕੇ ਨਾ ਉਹ ਤੁਹਾਨੂੰ ਮਜਬੂਰ ਕਰ ਦਿੰਦਾ ਹਨਾ, ਤੁਹਾਡੇ ਦਿਮਾਗੀ ਤੌਰ ਦੇ ਉੱਤੇ ਤੁਹਾਨੂੰ ਤੋੜ ਦਿੰਦਾ,
ਤੁਹਾਡਾ ਕੌਨਫੀਡੈਂਸ ਲੈਵਲ ਲੋ ਕਰ ਦਿੰਦਾ। ਤਾਂ ਉਸ ਜੇ এনवायरमेंट ਵਿੱਚ ਤੁਸੀਂ ਹੈਗੇ ਹੋ ਜਾਂ ਤੁਹਾਡੇ ਆਲੇ ਦੁਆਲੇ ਇਹੋ ਜਿਹਾ এনवायरमेंट ਹੈਗਾ ਵਾ, ਤੁਹਾਡੇ ਮਾਪੇ ਇਹੋ ਜਿਹੇ ਨੇ ਜਾਂ ਤੁਹਾਡੇ ਮਾਮੇ ਚਾਚੇ ਤਾਏ ਇਹੋ ਜਿਹੇ ਨੇ, ਤਾਂ ਤੁਸੀਂ ਹਰ ਟਾਈਮ ਆਪਣੇ ਦਿਮਾਗ ਦੇ ਵਿੱਚ ਇਹੀ ਸੋਚਣਾ ਵੀ ਪ੍ਰਮਾਤਮਾ ਵਰਗਾ ਬਣਨਾ, ਪ੍ਰਮਾਤਮਾ ਨਿਰਭੈ ਤੇ ਨਿਰਭੈ ਬਣਨਾ, ਨਿਰਲੇਪ ਅਤੇ ਨਿਰਲੇਪ ਬਣਨਾ, ਐ ਆਪਣੇ ਆਪ 'ਚ ਰਿਪੀਟ ਕਰ ਦੇਣਾ ਤੇ ਉਸ ਚੀਜ਼ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰਨੀ ਆ। ਤੇ ਮੈਂ ਐਕਸਪਲੇਨ ਵੀ ਕੀਤਾ ਡਿਫਰੈਂਟ ਪਾਰਟ ਦੇ ਵਿੱਚ। ਹੁਣ ਉਸ ਤੋਂ ਬਾਅਦ ਹੈਗਾ ਔਰਤਾਂ ਲਈ, ਜਿਵੇਂ ਔਰਤਾਂ ਦੇ ਵਿੱਚ ਨਾ ਮਤਲਬ ਹੁਣ ਮੈਂ ਥੋੜਾ ਇਹਨੂੰ ਦੱਸੂਗਾ ਔਰਤਾਂ ਲਈ ਕਿਵੇਂ ਇਹ ਇੰਪੋਰਟੈਂਟ ਆ। ਹੁਣ ਜਿਵੇਂ ਔਰਤਾਂ ਨੂੰ ਮਤਲਬ ਹਰ ਟਾਈਮ ਨਾ ਮਤਲਬ ਬਚਪਨ ਤੋਂ ਇੱਕ ਚੀਜ਼ ਮੈਂ ਜਿੰਨਾ ਕੁ ਦੇਖਿਆ ਵਾ ਆਪਣੇ এনवायरमेंट ਦੇ ਵਿੱਚ ਨਾ, ਹਰ ਚੀਜ਼ ਵਧੀਆ ਲਈ ਸ਼ੁਰੂ ਹੁੰਦੀ ਆ ਪਰ ਬਾਅਦ ਵਿੱਚ ਉਹਦੇ ਕਮੀਆਂ ਆ ਜਾਂਦੀਆਂ। ਜਿਵੇਂ ਹੁਣ ਹਿੰਦੂਇਜ਼ਮ ਦੇ ਵਿੱਚ ਇੱਕ ਚੀਜ਼ ਰਹੀ ਆ ਵੀ ਹਰ ਟਾਈਮ ਕੁੜੀਆਂ ਨੂੰ ਪ੍ਰੋਟੈਕਸ਼ਨ 'ਚ ਰੱਖਿਆ ਗਿਆ, ਉਹਦੇ ਵਿੱਚ ਮੁਸਲਮਾਨਾਂ ਦੇ ਵਿੱਚ ਵੀ ਪ੍ਰੋਟੈਕਸ਼ਨ ਦੇ ਵਿੱਚ ਰੱਖਿਆ ਗਿਆ। ਉਹਦੇ ਵਿੱਚ ਇਹ ਹੁੰਦਾ ਵੀ ਪਹਿਲੇ ਭਾਈ ਦੀ ਪ੍ਰੋਟੈਕਸ਼ਨ ਹੁੰਦੀ ਆ, ਉਸ ਤੋਂ ਬਾਅਦ ਪਿਓ ਦੀ ਪ੍ਰੋਟੈਕਸ਼ਨ, ਭਾਈ ਤੇ ਪਿਓ ਦੀ ਪ੍ਰੋਟੈਕਸ਼ਨ ਹੁੰਦੀ ਆ ਨਾ, ਉਹਦੇ ਵਿੱਚ ਕੁੜੀ ਨੂੰ ਰਹਿਣਾ ਪੈਂਦਾ, ਉਹਦੇ ਅੰਡਰ ਰਹਿਣਾ ਪੈਂਦਾ, ਉਹਨੂੰ ਇੰਡੀਪੈਂਡੈਂਟ ਫੈਸਲੇ ਕਰਨ ਦੇ ਅਧਿਕਾਰ ਨਹੀਂ ਹੁੰਦੇ। ਉਸ ਤੋਂ ਬਾਅਦ ਜਦੋਂ ਉਹਦਾ ਵਿਆਹ ਹੋ ਜਾਂਦਾ, ਪਤੀ ਦੀ ਪ੍ਰੋਟੈਕਸ਼ਨ 'ਚ ਰਹਿੰਦੀ ਆ, ਪਤੀ ਉਹਨੂੰ ਪਤੀ ਦੇ ਸ਼ੈਡੋ ਬਣ ਕੇ ਰਹਿੰਦੀ ਆ, ਪਤੀ ਦੇ ਫੈਸਲਿਆਂ ਦੇ ਅੰਦਰ ਰਹਿਣਾ ਪੈਂਦਾ। ਉਸ ਤੋਂ ਬਾਅਦ ਜਦੋਂ ਫਿਰ ਬੱਚੇ ਵੱਡੇ ਹੋ ਜਾਂਦੇ ਆ, ਫਿਰ ਉਹਨਾਂ ਬੱਚਿਆਂ ਦੇ ਪ੍ਰੋਟੈਕਸ਼ਨ 'ਚ ਰਹਿੰਦੇ, ਉਹਨਾਂ ਦੇ ਇਨਫਲੂਐਂਸ 'ਚ ਰਹਿਣਾ ਪੈਂਦਾ ਨਾ। ਇਸ ਤਰ੍ਹਾਂ ਇੱਕ ਔਰਤ ਨੂੰ ਆਪਣਾ ਜੀਵਨ ਬਤੀਤ ਕਰਨਾ ਪੈਂਦਾ। ਤਾਂ ਜਿਹੜਾ ਹਰ ਜਨੇ ਐਸਾ ਚਾਹੀਏ ਜੈਸਾ ਹਰੀ ਹੋਏ, ਉਹ ਕੁੜੀਆਂ ਨੂੰ ਪ੍ਰੋਟੈਕਟਿਵ এনवायरमेंट 'ਚ ਬਾਹਰ ਨਿਕਲਣ ਲਈ ਪ੍ਰੇਰਿਤ ਕਰਦਾ। ਵੀ ਜਿਵੇਂ ਇਹਦਾ ਮਤਲਬ ਕੀ ਆ ਵੀ ਤੁਸੀਂ ਆਪਣਾ ਸੁਭਾਅ ਕੁੜੀਆਂ ਨੇ ਪਰਮਾਤਮਾ ਵਰਗਾ ਬਣਾਉਣਾ, ਤਾਂ ਪਰਮਾਤਮਾ ਇੰਡੀਪੈਂਡੈਂਟ ਅਪਰੋਚ ਵੱਲ ਵੱਧਦਾ, ਆਤਮ ਨਿਰਭਰ ਬਣਾਉਂਦਾ। ਜੇ ਪਰਮਾਤਮਾ ਆਤਮ ਨਿਰਭਰ ਆ ਤਾਂ ਤੁਸੀਂ ਵੀ ਆਤਮ ਨਿਰਭਰ ਬਣਨਾ ਨਾ। ਤਾਂ ਤੁਸੀਂ ਆਪਣੇ ਕਿਰਦਾਰ ਨੂੰ ਪਰਮਾਤਮਾ ਵਰਗਾ ਬਣਾਉਣ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਇਹ ਜੰਜਾਲ 'ਚੋਂ ਨਿਕਲ ਸਕਦੀਆਂ, ਤੁਸੀਂ ਇਹ ਗੁਲਾਮੀ ਵਾਲੇ ਜੀਵਨ 'ਚੋਂ ਬਾਹਰ ਨਿਕਲ ਸਕਦੀਆਂ। ਆਪ ਨਿਰਪੱਖ ਫੈਸਲੇ ਕਰੋਗੀਆਂ, ਨਿਰਲੇਪ ਹੋਣਗੀਆਂ, ਆਪਣੇ ਫੈਸਲੇ ਆਪ ਕਰੋਗੀਆਂ, ਇੰਡੀਪੈਂਡੈਂਟ ਅਪਰੋਚ ਵੱਲ ਵਧੋਗੀਆਂ, ਹਨਾ, ਆਤਮ ਨਿਰਭਰ ਅਪਰੋਚ ਵੱਲ ਵਧੋਗੀਆਂ। ਮੈਂ ਉਹ ਥੋੜਾ ਐਕਸਪਲੇਨ ਕੀਤਾ ਹੈ। ਤਾਂ ਤੁਸੀਂ ਆਟੋਮੈਟਿਕਲੀ ਤੁਹਾਨੂੰ ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ, ਇਹ ਸ਼ਬਦ ਤੇ ਉਹਦੇ ਨਾਲ ਪਰਮਾਤਮਾ ਕਿੱਦਾਂ ਨਿਰਲੇਪ ਆ, ਨਿਰਪੱਖ, ਨਿਰਵੈਰ ਆ, ਨਿਰਭਉ ਆ, ਤੇ ਉਹ ਗੁਣਾਂ ਨੂੰ ਆਪਣੀ ਜ਼ਿੰਦਗੀ 'ਚ ਧਾਰਨ ਕਰੋਗੇ ਤਾਂ ਤੁਹਾਨੂੰ ਸਮਾਜਿਕ ਜੰਜਾਲੇ 'ਚੋਂ ਨਿਕਲਣਾ ਸੌਖਾ ਹੋ ਜਾਊਗਾ। ਸੋ ਯੂ ਹੈਵ ਟੂ ਪ੍ਰੈਕਟਿਸ ਇਟ, ਹੈ ਨਾ, ਉਹ ਪ੍ਰੈਕਟਿਸ ਕਰਨਾ। ਜਿਵੇਂ ਹੁਣ ਜਾਤੀਵਾਦ ਵਰਗੀਆਂ ਸਮੱਸਿਆਵਾਂ ਤੇ ਪਰੇਸ਼ਾਨੀਆਂ। ਹੁਣ ਜਾਤੀਵਾਦ ਕੀ ਹੈ? ਜਾਤੀਵਾਦ ਬੇਸਿਕਲੀ ਹੈ ਕੀ ਆ? ਇਹ ਭੇਦਭਾਵ ਆ। ਜਿਵੇਂ ਮੈਂ ਤੁਹਾਨੂੰ ਕਿਹਾ ਸੀ ਪਰਮਾਤਮਾ ਨਿਰਪੱਖ ਆ, ਹਨਾ, ਕਿਸੇ ਨਾਲ ਭੇਦਭਾਵ ਨਹੀਂ ਕਰਦਾ, ਹਨਾ। ਤਾਂ ਉਹ ਸਮੱਸਿਆ 'ਚੋਂ ਨਿਕਲਣ ਲਈ ਵੀ ਤੁਹਾਨੂੰ ਉਹ ਪ੍ਰੇਰਿਤ ਕਰਦੀ ਆ। ਹਰ ਜਨ ਐਸਾ ਚਾਹੀਏ ਜੈਸਾ ਹਾਰੀ ਹੋਵੇ, ਉਹ ਸ਼ਬਦ ਤੁਹਾਨੂੰ ਪ੍ਰੇਰਿਤ ਕਰਦਾ ਵਾ ਵੀ ਤੁਸੀਂ ਨਿਰਪੱਖ ਹੋ ਕੇ ਫੈਸਲੇ ਕਰੋ। ਹੁਣ ਇਹਨੂੰ ਮੈਂ ਕਿਵੇਂ ਸਮਝਾਵਾਂ? ਮੈਂ ਇੱਕ ਹੋਰ ਚੀਜ਼ ਨਾਲ ਤਰੀਕੇ ਨਾਲ ਦੇਖੋ, ਜਿਵੇਂ ਮੰਨ ਲਓ ਕੋਈ ਜਾਤੀਵਾਦ ਕਰਕੇ ਕਿਸੇ ਦੇ ਅਤਿਆਚਾਰ ਕਰ ਰਿਹਾ ਵਾ ਜਾਂ ਕੋਈ ਅਤਿਆਚਾਰ ਸਹਿ ਰਿਹਾ ਵਾ, ਦੋਨੇ ਦੋਸ਼ੀ ਹੁੰਦੇ ਆ ਨਾ। ਜਿਹੜਾ ਸਹਿਣ ਵਾਲਾ ਉਹ ਵੀ ਦੋਸ਼ੀ ਹੁੰਦਾ ਤੇ ਕਰਨ ਵਾਲਾ ਉਹ ਵੀ ਦੋਸ਼ੀ ਹੁੰਦਾ। ਤੇ ਜਦੋਂ ਹੁਣ ਤੁਸੀਂ ਸਹਿ ਰਹੇ ਹੋ ਉਹ ਵੀ ਗਲਤ ਆ। ਹੁਣ ਜਦੋਂ ਤੁਸੀਂ ਸਹਿ ਰਹੇ ਹੋ ਕਰਕੇ ਬਾਕੀ ਕੀ ਕਰਦੇ ਆ? ਜਿਹੜਾ ਉਹਦਾ ਵਿਰੋਧ ਕਰਦੇ ਹੋ, ਬੇਸਿਕਲੀ ਜਿਹੜਾ ਕਰ ਰਿਹਾ ਹੁੰਦਾ ਉਹਦੇ ਆਪੋਜ਼ਿਟ ਜਾਣ ਆ ਜਾਂਦੇ ਆ। ਮੰਨ ਲਓ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਦਾ ਵੀ ਤੁਸੀਂ ਦੋ ਕਾਸਟ ਆਪਣੇ ਮਨਪਸੰਦ ਦੇ ਚੁੱਪੀ ਪਿਕ ਕਰ ਲਓ, ਹਨਾ, ਇੱਕ ਨੀਵੀਂ ਤੇ ਉੱਚੀ। ਹੁਣ ਨੀਵੀਂ ਜਾਤ ਦਾ ਬੰਦਾ ਜਦੋਂ ਵਿਰੋਧ ਕਰੂਗਾ, ਹਨਾ, ਜੇ ਉਹ ਵਿਰੋਧ ਕਰਨਾ ਚਾਹੁੰਦਾ ਕਿਸੇ ਬੰਦੇ ਦਾ, ਹਨਾ, ਤਾਂ ਉਹ ਕੀ ਕਰਦਾ? ਉਹਨੂੰ ਹਰ ਜਨ ਐਸਾ ਚਾਹੀਏ ਜੈਸਾ ਹਰੀ ਸ਼ਬਦ ਕਿੱਦਾਂ ਸਹਾਈ ਆ। ਉਹ ਜਦੋਂ ਵਿਰੋਧਤਾ ਕਰਨੀ, ਨਿਰਪੱਖ ਰਹਿ ਕੇ ਵਿਰੋਧਤਾ ਕਰਨੀ, ਇਹਦਾ ਮਤਲਬ ਕੀ ਆ? ਜੇ ਤੁਸੀਂ ਤਗੜੇ ਹੋ ਜਾਂਦੇ ਹੋ, ਤੁਸੀਂ ਤੁਹਾਨੂੰ ਮਾੜੇ ਜਾਤ ਦਾ ਕਿਹਾ ਗਿਆ, ਤੁਸੀਂ ਤਗੜੇ ਹੋ ਜਾਂਦੇ ਹੋ, ਤਾਂ ਤੁਸੀਂ ਜਿਹੜਾ ਕਿਸੇ ਤਗੜੇ ਬੰਦੇ, ਤਗੜੀ ਜਾਤ ਵਾਲਾ ਗਰੀਬ ਬੰਦਾ ਆ ਜਾਂਦਾ ਤੁਹਾਡੇ ਸਾਹਮਣੇ, ਤਾਂ ਤੁਹਾਡੇ ਫੈਸਲੇ 'ਚ ਨਿਰਪੱਖਤਾ ਚਾਹੀਦੀ ਆ। ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਏ। ਤੁਸੀਂ ਜਾਤੀਵਾਦ ਨੂੰ ਨਹੀਂ ਫੋਲੋ ਕਰਨਾ, ਤੁਸੀਂ ਪਰਮਾਤਮਾ ਨੂੰ ਫੋਲੋ ਕਰਨਾ। ਤੇ ਪਰਮਾਤਮਾ ਕੀ ਆ? ਉਹ ਨਿਰਪੱਖ ਤੇ ਨਿਰਪੱਖ ਬਿਹੇਵੀਅਰ ਕਰਨਾ। ਤੇ ਇਸ ਤਰੀਕੇ ਨਾਲ ਮਤਲਬ ਇਹ ਤੁਹਾਨੂੰ ਜਾਤੀਵਾਦ 'ਚੋਂ ਨਿਕਲਣ ਵਿੱਚ ਵੀ ਸਹਾਈ ਆ ਸ਼ਬਦ ਹਰ ਜਨ ਐਸਾ ਚਾਹੀਏ ਜੈਸੇ ਹਰੀ ਹੋਏ। ਨਿਰਲੇਪ ਰਹਿਣਾ, ਨਿਰਪੱਖ ਰਹਿਣਾ, ਹਨਾ, ਆਪਣੇ ਐਟੀਟਿਊਡ ਨੂੰ ਰੱਖਣਾ। ਕਿਉਂਕਿ ਵਿਰੋਧਤਾ, ਆਪਾਂ ਕਿਸੇ ਚੀਜ਼ ਦੀ ਵਿਰੋਧਤਾ ਕਰਦੇ ਤਾਂ ਉਹਦੇ ਵਰਗਾ ਨਹੀਂ ਬਣਨਾ ਹੁੰਦਾ। ਉਹਨੂੰ ਵਿਰੋਧਤਾ ਇੱਕ ਨਵੀਂ ਆਈਡੀਓਲੋਜੀ ਲਿਆਉਣੀ ਆ, ਪਰਮਾਤਮਾ ਵਰਗਾ ਬਣਨਾ। ਅਸੀਂ ਨਾ ਇਹ ਜਾਤ ਦਾ ਬਣਨਾ, ਨਾ ਉਹ ਜਾਤ ਦਾ ਬਣਨਾ, ਅਸੀਂ ਪਰਮਾਤਮਾ ਵਰਗਾ ਬਣਨਾ। ਆਪਣੇ ਏਦਾਂ ਰੱਖ ਲਓ, ਹਨਾ। ਤਾਂ ਇਸ ਤਰ੍ਹਾਂ ਜਾਤੀਵਾਦ 'ਚੋਂ ਵੀ ਨਿਕਲਣ ਲਈ, ਤੁਹਾਡੀ ਮਤਲਬ ਪਰੇਸ਼ਾਨੀਆਂ 'ਚੋਂ ਨਿਕਲਣ ਲਈ, ਤੁਹਾਡੀ ਸਮਾਜਿਕ ਪਰੇਸ਼ਾਨੀਆਂ 'ਚੋਂ ਨਿਕਲਣ ਲਈ, ਹਨਾ, ਹਰ ਜਨ ਐਸਾ ਚਾਹੀਏ ਜੈਸਾ ਹਰੀ ਹੋਵੇ, ਇਹ ਸਹਾਈ ਆ ਸ਼ਬਦ। ਤਾਂ ਥੋੜਾ ਜਿਹਾ ਮਤਲਬ ਵਿਚਾਰਿਆ ਕਰੋ ਆਪਸ ਵਿੱਚ ਬਹਿ ਕੇ ਇਹਨਾਂ ਸ਼ਬਦਾਂ ਨੂੰ।